हाँ जी बेटा, वार्तक भाग का चैप्टर 8 डॉक्टर हरपाल सिंह पुन्नू जो कि उन्होंने जिहड़ा लेख लिखिया है बेबे जी लेख लिखिया होया एक, ठीक है, जो आपां इस बुक दे विच जिहड़ा चैप्टर है वो आपां ने पढ़ लिया सीगा, ठीक है। तां बेबे जी जिहड़े नाम सुणदे सार ही अपने दिमाग दे विच एक सियाणे बजुर्ग ते सूझवान इस्त्री दी पिक्चर आंदी, अपनी अखां की तस्वीर आ जाती है, ठीक है। तां इस दे विच इस लेख दे विच डॉक्टर हरपाल सिंह पुन्नू ने बेबे जी लेख, ठीक है, एक बजुर्ग ते सूझवान इस्त्री दे गुणां नूं बखूबी बहुत ही ध्यान ते वधिया ढंग दे नाल निभाया गया। हुण आपां इस चैप्टर दे प्रश्न उत्तर ते वस्तुनिष्ठ प्रश्न दी रिवीजन करते हैं। फर्स्ट क्वेश्चन, लेखक दे बचपन दा जीवन किहो जिहा सी? लेखक दे बचपन दा जीवन बहुत ही मौज मस्ती वाला सी। उसनूं अपनी बेबे पासों बहुत प्यार मिलदा अते जदों कदे बेबे घर ना हुंदी तां ओह चुपचाप गुमसुम जिहा ਰਹਿੰਦਾ ਅਤੇ ਉਸਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਵੀ ਨਹੀਂ ਕਰਦਾ। ਬੇਬੇ ਦੇ ਘਰ ਵਿੱਚ ਹੋਣ ਨਾਲ ਹਰ ਦਿਨ ਰਾਤ ਤਿਉਹਾਰ ਵਾਂਗ ਪ੍ਰਤੀਤ ਹੁੰਦੇ ਹਨ। ਬੇਬੇ ਕਿਹਨੂੰ ਕਿਹਾ ਗਿਆ? ਲੇਖਕ ਨੇ ਆਪਣੀ ਮਾਤਾ ਜੀ ਨੂੰ ਕਿਹਾ ਗਿਆ। ਪੁਰਾਣੇ ਸਮੇਂ ਦੇ ਵਿੱਚ, ਹੁਣ ਤਾਂ ਅੱਜ ਕੱਲ੍ਹ ਦੇ ਬੱਚੇ ਨੇ ਜਿਹੜੇ ਮੰਮੀ ਕਹਿੰਦੇ ਨੇ, ਠੀਕ ਹੈ, ਪੁਰਾਣੇ ਸਮੇਂ ਦੇ ਵਿੱਚ ਆਪਣੀ ਮਾਤਾ ਜੀ ਨੂੰ ਬੇਬੇ ਜੀ ਕਿਹਾ ਜਾਂਦਾ ਸੀਗਾ, ਠੀਕ ਹੈ। ਹੁਣ ਵੀ ਦੇਖੋ, ਕੁਝ ਜਦੋਂ ਆਪਣੇ ਪੇਰੈਂਟਸ ਆਪਣੇ ਮੰਮੀ ਡੈਡੀ ਘਰ ਤੋਂ ਬਾਹਰ ਚਲੇ ਜਾਂਦੇ ਨੇ ਤਾਂ ਆਪਣਾ ਘਰ ਦੇ ਵਿੱਚ ਦਿਲ ਨਹੀਂ ਨਾ ਲੱਗਦਾ ਹੈਗਾ, ਠੀਕ ਹੈ, ਸੁੰਨਾ ਸੁੰਨਾ ਲੱਗਦਾ ਸਾਰਾ ਕੁਝ। ਤਾਂ ਇਸੇ ਤਰ੍ਹਾਂ ਹੀ ਲੇਖਕ ਲਿਖ ਰਿਹਾ ਵੀ ਜਦੋਂ ਮੇਰੇ ਬੇਬੇ ਜੀ ਘਰ ਨਹੀਂ ਹੁੰਦੇ ਸੀ, ਮੇਰੇ ਮਾਤਾ ਜੀ ਘਰ ਨਹੀਂ ਹੁੰਦੇ ਸੀ, ਤਾਂ ਕੀ ਹੈ, ਮੈਂ ਚੁੱਪਚਾਪ ਗੁੰਮਸੁੰਮ ਹੋਇਆ ਰਹਿੰਦਾ ਸੀ। ਪਰ ਜਦੋਂ ਮੇਰੇ ਬੇਬੇ ਘਰ ਹੁੰਦੀ ਸੀ ਤਾਂ ਘਰ ਦੇ ਵਿੱਚ ਰੌਣਕ ਲੱਗੀ ਰਹਿੰਦੀ ਸੀਗੀ। ਪੁੱਤਰ ਦੇ ਘਰੋਂ ਤੁਰਨ ਸਮੇਂ ਮਾਂ ਪੁੱਤਰ ਦੀ ਆਪਸੀ ਗੱਲਬਾਤ ਦਾ ਵਰਣਨ ਕਰੋ। ਇੱਕ ਵਾਰੀ ਪਟਿਆਲੇ ਪੜ੍ਹਦਿਆਂ ਸਮੇਂ ਜਦੋਂ ਲੇਖਕ ਪਟਿਆਲੇ ਦੀ ਬੱਸ ਫੜਨ ਲਈ ਘਰੋਂ ਤੁਰਿਆ ਤਾਂ ਬੇਬੇ ਦੀਆਂ ਅੱਖਾਂ ਵਿੱਚ ਅਥਰੂ ਦੇਖ ਕੇ ਉਸਨੇ ਬੇਬੇ ਨੂੰ ਕਿਹਾ ਕਿ ਉਹ ਕੋਈ ਸਰਹੱਦ ਉੱਤੇ ਜੰਗ ਲੜਨ ਲਈ ਥੋੜੀ ਚੱਲਿਆ। ਤਾਂ ਅੱਗੋਂ ਬੇਬੇ ਨੇ ਕਿਹਾ ਸੀ ਕਿ ਸਰਹੱਦਾਂ ਉੱਤੇ ਕੱਟੇ ਬੱਚੇ ਲੜਨ ਨਹੀਂ ਜਾਂਦੇ, ਪਸ਼ੂ ਪੰਛੀ ਵੀ ਆਪਣੇ ਬੱਚਿਆਂ ਨੂੰ ਅੱਖੋਂ ਓਲੇ ਨਹੀਂ ਹੋਣ ਦਿੰਦੇ, ਉਹਨਾਂ ਨੂੰ ਦੂਰ ਜਾਂਦਿਆਂ ਦੇਖ ਕੇ ਕੁਰਲਾਉਂਦੇ ਹਨ। ਬੇਬੇ ਕਹਿੰਦੀ ਹੈ ਕਿ ਸ਼ਾਇਦ ਉਹ ਉਸਦੀ ਗੱਲ ਨੂੰ ਨਾ ਸਮਝ ਸਕੇ ਕਿਉਂਕਿ ਉਹ ਇੱਕ ਮਾਂ ਨਹੀਂ ਹੈ, ਕਿਉਂਕਿ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਆਪਣੇ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਉਹ ਤੜਫਦੀ ਹੈ। ਉਹ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਇੱਕ ਮਿੰਟ ਵੀ ਦੂਰ ਨਹੀਂ ਕਰ ਸਕਦੇ ਹੈਗੇ। ਇਸੇ ਕਰਕੇ ਜਦੋਂ ਲੇਖਕ ਹੈ ਜਿਹੜਾ ਡਾਕਟਰ ਹਰਪਾਲ ਸਿੰਘ ਪੁੰਨੂ ਲਿਖ ਰਹੇ ਨੇ ਵੀ ਜਦੋਂ ਪੜ੍ਹਨ ਜਾਂਦੇ ਸੀ ਪਟਿਆਲੇ, ਠੀਕ ਹੈ, ਤਾਂ ਜਦੋਂ ਘਰ ਤੋਂ ਬੱਸ ਫੜਨ ਲਈ ਤੁਰਦੇ ਸੀ ਤਾਂ ਉਹਨਾਂ ਦੇ ਬੇਬੇ ਦੀਆਂ ਅੱਖਾਂ ਦੇ ਵਿੱਚ, ਮਾਤਾ ਜੀ ਦੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਸੀ ਕਿਉਂਕਿ ਉਹ ਆਪਣੇ ਪੁੱਤ ਨੂੰ ਆਪਣੀ ਅੱਖਾਂ ਤੋਂ ਦੂਰ ਨਹੀਂ ਕਰ ਸਕਦੇ ਸੀਗੇ। ਨੈਕਸਟ ਹੈ, ਲੇਖਕ ਦੇ ਪਰਿਵਾਰ ਦੀ ਉਸਦੇ ਨਾਨਕੇ ਔਕੜ ਸਮੇਂ ਕਿਵੇਂ ਮਦਦ ਕਰਦੇ ਸਨ? ਜਦੋਂ ਲੇਖਕ ਦੇ ਪਰਿਵਾਰ ਦੇ ਵਿੱਚ ਕਈ ਵਾਰ ਗਰੀਬੀ ਜਾਂ ਕੋਈ ਮੁਸ਼ਕਲ ਆ ਜਾਂਦੀ ਸੀ, ਆਰਥਿਕ ਤੰਗੀ ਆ ਜਾਂਦੀ ਸੀ, ਤਾਂ ਉਸਦੇ ਜਿਹੜੇ ਨਾਨਕੇ ਸੀ ਉਹ ਕਿਵੇਂ ਮਦਦ ਕਰਦੇ ਸੀ? ਲੇਖਕ ਦੇ ਮਾਮੇ ਚੰਗੇ ਵਾਹੀਕਾਰ ਸਨ। ਲੇਖਕ ਦੇ ਮਾਮੇ ਚੰਗੇ ਵਾਹੀਕਾਰ ਸਨ। ਉਹਨਾਂ ਕੋਲ 50 ਏਕੜ ਜ਼ਮੀਨ ਸੀ, 50 ਕਿੱਲੇ ਜ਼ਮੀਨ ਦੇ ਸੀਗੇ, ਚੰਗੇ ਵਾਹੀਕਾਰ ਸੀ, ਚੰਗੇ ਜ਼ਮੀਨ ਜਾਇਦਾਦ ਦੇ ਮਾਲਕ ਸੀਗੇ ਜਿਹੜੇ ਲੇਖਕ ਦੇ ਨਾਨਕੇ ਸੀ। ਜਦੋਂ ਕਦੀ ਵੇਲੇ ਸਿਰ ਲੇਖਕ ਦੀ ਮਾਂ ਬੱਚਿਆਂ ਲਈ ਨਵੇਂ ਕੱਪੜੇ ਜਾਂ ਕਾਪੀਆਂ ਕਿਤਾਬਾਂ ਨਾ ਖਰੀਦ ਸਕਦੀ ਤਾਂ ਉਹ ਆਪਣੇ ਪੇਕਿਆਂ ਦੇ ਜਾ ਕੇ ਪੈਸੇ ਲੈ ਆਉਂਦੀ। ਲੇਖਕ ਦੇ ਮਾਮੇ ਦੁੱਧੋਂ ਹਟੀ ਗਾਂ ਜਾਂ ਮੱਝ ਨੂੰ ਲੈ ਜਾਂਦੇ ਅਤੇ ਤਾਜੀ ਸੂਈ ਮੱਝ ਜਾਂ ਗਾਂ ਛੱਡ ਜਾਂਦੇ ਸੀ ਜਿਹੜੀ ਦੁੱਧ ਦਿੰਦੀ ਸੀਗੀ, ਜਿਸ ਕਰਕੇ ਲੇਖਕ ਹੋਰਾਂ ਨੂੰ ਦੁੱਧ ਘਿਓ ਦੀ ਕੋਈ ਕਮੀ ਨਾ ਰਹਿੰਦੀ। ਲੇਖਕ ਦੇ ਘਰ ਦੀ ਲਿਪਾ ਪੋਚੀ ਅਤੇ ਸਜਾਵਟ ਦਾ ਕੰਮ ਕਿਵੇਂ ਕੀਤਾ ਜਾਂਦਾ ਸੀ? ਦੁਸ਼ਹਿਰੇ ਤੋਂ ਪਹਿਲਾਂ ਲੇਖਕ ਦੇ ਕੱਚੇ ਘਰ ਦੀ ਲਿਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਸਾਰੇ ਰਲ ਮਿਲ ਕੇ ਕੰਮ ਕਰਦੇ, ਕੰਧਾਂ ਉੱਤੇ ਪਾਂਡੂ ਦਾ ਪਰੋਲਾ ਫੇਰਦੇ, ਅਤੇ ਪਾਂਡੂ ਮਤਲਬ ਜਿਹੜਾ ਚੁੱਲ੍ਹਿਆਂ ਦੇ ਉੱਪਰ ਫੇਰਿਆ ਜਾਂਦਾ, ਠੀਕ ਹੈ, ਅਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਕੋਈ ਕਹੀ ਨਾਲ ਗੋਹਾ ਤੂੜੀ ਗਾਰੇ ਵਿੱਚ ਮਿਲਾਉਂਦਾ। ਲੇਖਕ ਦਾ ਬਾਪੂ ਕੰਧਾਂ ਉੱਪਰ ਟੰਗਣ ਦੀਆਂ ਤਸਵੀਰਾਂ ਲਿਆਉਂਦਾ ਸੀਗਾ। ਔਖਾ ਕੰਮ ਨੇਪਰੇ ਚਾੜਨ ਦੇ ਲਈ ਬੇਬੇ ਆਪਣੇ ਪੁੱਤਰਾਂ ਨੂੰ ਕੀ ਸੰਦੇਸ਼ ਦਿੰਦੀ ਹੈ? ਔਖਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਬੇਬੇ ਨਾਲ ਉਸ ਬਾਰੇ ਜ਼ਿਕਰ ਕਰਨਾ ਤਾਂ ਬੇਬੇ ਨੇ ਉਹਨਾਂ ਨੂੰ ਸਮਝਾਉਂਦਿਆਂ ਕਹਿਣਾ ਕਿ ਮੱਖੀਆਂ ਤੋਂ ਡਰਦੇ ਲੋਕਾਂ ਨੇ ਸ਼ਹਿਦ ਖਾਣਾ ਨਹੀਂ ਛੱਡਿਆ, ਦੁਲੱਤੇ ਮਾਰਨ ਵਾਲੀਆਂ ਗਾਵਾਂ ਦਾ ਦੁੱਧੋਂ ਚੋਣੋਂ ਅਸੀਂ ਨਹੀਂ ਹਟੇ, ਕੰਡਿਆਈ ਹੋਣ ਦੇ ਬਾਵਜੂਦ ਵੀ ਅਸੀਂ ਤੂੜੀ ਵਿੱਚੋਂ ਕਣਕ ਦੇ ਦਾਣੇ ਕੱਢਦੇ ਹਾਂ। ਜਵਾਨੀ ਦੇ ਦਿਨਾਂ ਵਿੱਚ ਵਧੇਰੇ ਤਾਕਤ ਹੁੰਦੀ ਹੈ। ਜੇਕਰ ਪਿਆਸ ਲੱਗੀ ਹੈ ਪਰ ਪਾਣੀ ਨਹੀਂ ਤਾਂ ਖੂਹ ਪੁੱਟ ਕੇ ਪਾਣੀ ਪੀਓ। ਜੇਕਰ ਰੱਬ ਸਾਥ ਦੇਵੇ ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੈ, ਠੀਕ ਹੈ। ਇਸ ਕਰਕੇ ਵੀ ਤੁਸੀਂ ਆਪਣੇ ਖੁਦ ਮਿਹਨਤ ਕਰੋ, ਠੀਕ ਹੈ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰੋ ਤਾਂ ਸਾਰੇ ਕੰਮ ਨੇ ਜਿਹੜੇ ਉਹ ਸਫਲ ਹੋ ਜਾਂਦੇ ਨੇ, ਕੰਮ ਕੀਤੇ ਜਾ ਸਕਦੇ ਨੇ। ਇਸ ਪਾਠ ਵਿੱਚ ਬੇਬੇ ਜਿੰਦਰਾ ਅਤੇ ਕੁੰਜੀਆਂ ਸ਼ਬਦ ਕਿਹਨਾਂ ਲਈ ਵਰਤਦੀ ਹੈ ਅਤੇ ਕਿਉਂ?
ਇਸ ਪਾਠ ਵਿੱਚ ਬੇਬੇ ਜਿੰਦਰਾ ਸ਼ਬਦ ਆਪਣੇ ਲਈ ਵਰਤਦੀ ਹੈ, ਕਿਉਂਕਿ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਘਰ ਦਾ ਇੱਕ ਥੰਮ ਹੁੰਦੇ ਨੇ। ਠੀਕ ਹੈ, ਬਜ਼ੁਰਗਾਂ ਨੂੰ, ਸਿਆਣੇ ਬਜ਼ੁਰਗਾਂ ਨੂੰ ਘਰ ਦੀ ਰਾਖੀ ਮੰਨਿਆ ਜਾਂਦਾ ਹੈ। ਠੀਕ ਹੈ, ਜਦੋਂ ਕਿਸੇ ਨੇ ਵੀ ਕਿਤੇ ਜਾਣਾ ਹੁੰਦਾ ਤਾਂ ਜਿਹੜੇ ਸਿਆਣੇ ਬਜ਼ੁਰਗ ਨੇ ਉਹ ਆਪਣੇ ਘਰਾਂ ਦੀ ਸਾਂਭ ਸੰਭਾਲ ਕਰਦੇ ਨੇ, ਰਾਖੀ ਕਰਦੇ ਨੇ। ਬਜ਼ੁਰਗ ਨੇ ਜਿਹੜੇ ਉਹ ਸਾਡੇ ਘਰਾਂ ਦਾ ਥੰਮ ਮੰਨੇ ਜਾਂਦੇ ਨੇ। ਠੀਕ ਹੈ, ਅਤੇ ਕੁੰਜੀਆਂ ਸ਼ਬਦ ਆਪਣੇ ਬੱਚਿਆਂ ਲਈ ਵਰਤਦੀ ਹੈ, ਕਿਉਂਕਿ ਬੱਚਿਆਂ ਦੇ ਆਉਣ ਨਾਲ ਹੀ ਮਾਂ ਰੂਪੀ ਜਿੰਦਰਾ ਖੁੱਲ੍ਹ ਕੇ ਖੁਸ਼ੀਆਂ ਅਤੇ ਹਾਸੇ ਪ੍ਰਾਪਤ ਕਰਦਾ ਹੈ। ਬਜ਼ੁਰਗਾਂ ਨੂੰ ਵੈਸੇ ਵੀ ਘਰ ਦਾ ਜਿੰਦਰਾ ਮੰਨਿਆ ਜਾਂਦਾ ਹੈ, ਕਿਉਂਕਿ ਉਹਨਾਂ ਦੇ ਸਿਰ ਤੇ ਘਰ ਦਾ ਕੋਈ ਫਿਕਰ ਨਹੀਂ ਹੁੰਦਾ। ਬੇਬੇ ਆਪਣੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਵਿਚਕਾਰ ਇੱਕ ਕੜੀ ਦਾ ਕੰਮ ਕਿਵੇਂ ਕਰਦੀ ਹੈ? ਪਿੰਡ ਵਿੱਚ ਰਹਿਣ ਕਰਕੇ ਬੇਬੇ ਨੂੰ ਮਿਲਣ ਲਈ ਪੁੱਤਰ, ਰਿਸ਼ਤੇਦਾਰ ਉਸ ਨੂੰ ਮਿਲਣ ਲਈ ਜਾਂਦੇ ਹਨ ਅਤੇ ਆਪਸ ਵਿੱਚ ਵੀ ਮਿਲ ਲੈਂਦੇ ਹਨ। ਬੇਬੇ ਹੀ ਇੱਕ ਅਜਿਹੀ ਕੜੀ ਹੈ ਜਿਸ ਕਰਕੇ ਸਾਰੇ ਬੇਬੇ ਨੂੰ ਮਿਲਣ ਦੇ ਬਹਾਨੇ ਇਕੱਠੇ ਹੋ ਜਾਂਦੇ ਹਨ। ਉਸ ਨੂੰ ਪਤਾ ਲੱਗਦਾ ਹੈ ਜਦੋਂ ਉਹ ਨਹੀਂ ਰਹੇਗੀ ਤਾਂ ਇੱਕ ਰਾਜਧਾਨੀ ਟੁੱਟ ਜਾਏਗੀ। ਮਤਲਬ ਸਾਰੇ ਆਉਣੇ ਜਾਣੇ ਮਿਲਣੋਂ ਹਟ ਜਾਣਗੇ, ਇੱਕ ਬੇਬੇ ਹੀ ਹੈ ਜਿਸ ਦੇ ਨਾਲ ਹੀ ਸਾਰੇ ਘਰ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ। ਨੈਕਸਟ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ। ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਉਂ ਕਹੇ? ਉਪਰੋਕਤ ਸ਼ਬਦ ਲੇਖਕ ਦੇ ਛੋਟੇ ਭਰਾ ਨੇ ਆਪਣੇ ਵੱਡੇ ਭਰਾਵਾਂ ਨੂੰ ਉਸ ਵਕਤ ਕਹੇ ਜਦੋਂ ਉਹ ਬੇਬੇ ਅਤੇ ਬਾਪੂ ਨੂੰ ਮਿਲਣ ਤੋਂ ਬਾਅਦ ਆਪੋ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੇ। ਉਸਨੇ ਮਹਿਸੂਸ ਕੀਤਾ ਕਿ ਸ਼ਾਇਦ ਜਿੰਨਾ ਚਿਰ ਬੇਬੇ ਬਾਪੂ ਜਿਉਂਦੇ ਹਨ, ਭਰਾਵਾਂ ਦਾ ਮੋਹ ਪਿਆਰ ਉਨਾ ਚਿਰ ਹੀ ਹੈ, ਕਿਉਂਕਿ ਅਜੋਕੇ ਦੌਰ ਦੇ ਵਿੱਚ ਕਿਸੇ ਕੋਲ ਇੰਨਾ ਸਮਾਂ ਕਿੱਥੇ ਹੈ ਵੀ ਕਿਸੇ ਨੂੰ ਮਿਲਣ ਦਾ। ਠੀਕ ਹੈ, ਲੇਖਕ ਨੂੰ ਸੁਪਨੇ ਵਿੱਚ ਬੇਬੇ ਕੀ ਕੰਮ ਕਰਦੀ ਨਜ਼ਰ ਆਉਂਦੀ ਹੈ ਤੇ ਆਪਣੇ ਸ਼ਬਦਾਂ ਵਿੱਚ ਲਿਖੋ। ਜਦੋਂ ਬੇਟਾ ਆਪਾਂ ਨੇ ਇਹ ਸਾਰ ਦੇ ਵਿੱਚ ਪੜਿਆ ਹੈ ਨਾ ਤਾਂ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਜੂ ਬੇਬੇ ਕੀ ਕੰਮ ਕਰਦੀ ਹੁੰਦੀ ਸੀਗੀ। ਲੇਖਕ ਆਪਣੀ ਬੇਬੇ ਨਾਲ ਬਹੁਤ ਪਿਆਰ ਕਰਦਾ ਹੈ। ਉਸਦੇ ਸੁਪਨਿਆਂ ਵਿੱਚ ਬੇਬੇ ਕਦੀ ਖੇਤਾਂ ਵਿੱਚ ਮਿਰਚਾਂ ਤੋੜਦੀ, ਕਦੀ ਕਪਾਹ ਚੁਗਦੀ, ਕਦੀ ਕੱਟਿਆਂ ਬੱਚਿਆਂ ਦੀਆਂ ਬੂਥੀਆਂ ਮਤਲਬ ਉਹਨਾਂ ਦੇ ਮੂੰਹ ਪਲੋਸਦੀ, ਕਦੇ ਮੱਝਾਂ ਨੂੰ ਥਾਪੀਆਂ ਦਿੰਦੀ, ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਕੱਟੇ ਵਿੱਚ ਲੱਥ-ਪੱਥ ਝਾੜੂ ਦਿੰਦੀ ਅਤੇ ਪਾਥੀਆਂ ਪੱਥਦੀ ਨਜ਼ਰ ਆਉਂਦੀ ਹੈ। ਠੀਕ ਹੈ, ਹੁਣ ਅੱਗੇ ਵਸਤੂਨਿਸ਼ਟ ਪ੍ਰਸ਼ਨ ਨੇ ਇੱਕ ਨੰਬਰ ਦੇ ਜ਼ਰੂਰ ਯਾਦ ਕਰਨੇ ਨੇ। ਲੇਖਕ ਨੂੰ ਆਪਣੀ ਉਮਰ ਦੇ ਕਿੰਨੇ ਸਾਲਾਂ ਤੱਕ ਬਚਪਨ ਯਾਦ ਰਿਹਾ? 4-5 ਸਾਲ ਤੱਕ, 4-5 ਸਾਲਾਂ ਤੱਕ ਦਾ। ਜਦੋਂ ਬੇਬੇ ਘਰ ਹੁੰਦੀ ਤਾਂ ਦਿਨ ਰਾਤ ਕਿਸ ਤਰ੍ਹਾਂ ਦੇ ਪ੍ਰਤੀਤ ਹੁੰਦੇ ਸੀ? ਤਿਉਹਾਰਾਂ ਵਰਗੇ ਪ੍ਰਤੀਤ ਹੁੰਦੇ ਸੀ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਲੇਖਕ ਇੱਧਰ ਉੱਧਰ ਕਿਸ ਤਰ੍ਹਾਂ ਫਿਰਦਾ? ਚੁੱਪਚਾਪ ਤੇ ਗੁੰਮਸੁੰਮ ਜਿਹਾ। ਲੇਖਕ ਦੇ ਬਾਪੂ ਦਾ ਸੁਭਾਅ ਕਿਸ ਤਰ੍ਹਾਂ ਸੀ? ਸਖਤ ਸੀ। ਲੇਖਕ ਦੇ ਦੋਹਾਂ ਮਾਮਿਆਂ ਕੋਲ ਕਿੰਨੀ ਜ਼ਮੀਨ ਸੀ? 50 ਏਕੜ ਜ਼ਮੀਨ ਸੀ। ਇੱਕ ਵਾਰੀ ਘਰੇਲੂ ਤੰਗੀ ਹੋਣ ਕਰਕੇ ਲੇਖਕ ਘਰਦਿਆਂ ਨੇ ਕਿੱਥੇ ਤੋਰ ਦਿੱਤਾ? ਲੇਖਕ ਨੂੰ ਘਰਦਿਆਂ ਨੇ ਕਿੱਥੇ ਤੋਰ ਦਿੱਤਾ? ਨਾਨਕੀ। ਕਿੱਥੇ ਪੜਦਿਆਂ ਹੋਇਆਂ ਲੇਖਕ 1 ਮਹੀਨੇ ਵਿੱਚ ਇੱਕ ਵਾਰੀ ਨਾਨਕੀ ਤੇ ਦੂਜੀ ਵਾਰ ਦਾਦਕੇ ਜਾਂਦਾ? ਪਟਿਆਲੇ ਪੜਦਿਆਂ ਹੋਇਆਂ। ਲੇਖਕ ਦੀ ਛੋਟੀ ਮਾਮੀ ਦਾ ਨਾਂ ਕੀ ਸੀ? ਗੁਰਦਿਆਲ ਕੌਰ। ਲੇਖਕ ਦੀ ਛੋਟੀ ਮਾਮੀ ਦੀ ਸੁੰਦਰਤਾ ਦੀ ਤੁਲਨਾ ਬੇਬੇ ਨੇ ਕਿਸ ਨਾਲ ਕੀਤੀ ਹੈ? ਹੀਰ ਦੇ ਨਾਲ। ਵੀ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਸੀ ਉਹ। ਘਰ ਦੀ ਲਿਪਾ ਪੋਚੀ ਦਾ ਕੰਮ ਕਿਹੜੇ ਤਿਉਹਾਰ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਸੀ? ਦੁਸ਼ਹਿਰੇ ਤੋਂ ਪਹਿਲਾਂ। ਲੇਖਕ ਦੇ ਕੋਲ ਬੱਸ ਵਿੱਚ ਬੈਠਾ ਆਦਮੀ ਕੀ ਖਾ ਰਿਹਾ ਸੀ? ਭੁਜੀਆ। ਬੇਬੇ ਨੇ ਆਪਣੇ ਆਪ ਨੂੰ ਵੱਡੇ ਕਿਲੇ ਦੇ ਅੱਗੇ ਲੱਗੀ ਕਿਸ ਚੀਜ਼ ਦੀ ਤੁਲਨਾ ਕੀਤੀ ਹੈ? ਜਿੰਦਰੇ ਦੀ। ਲੇਖਕ ਅਨੁਸਾਰ ਬੇਬੇ ਦੀ ਉਮਰ ਕਿੰਨੇ ਸਾਲਾਂ ਦੀ ਸੀ? 90 ਸਾਲਾਂ ਦੀ ਸੀ। ਬੇਬੇ ਜਦੋਂ ਲੇਖਕ ਦੇ ਪਿੰਡ ਵਿਆਹੀ ਹੋਈ ਆਈ ਸੀ ਤਾਂ ਉਸ ਦੀ ਉਮਰ ਕਿੰਨੇ ਵਰਿਆਂ ਦੀ ਸੀ? 16 ਵਰਿਆਂ ਦੀ ਸੀ। ਲੇਖਕ ਦਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਕਿਸ ਦੀ ਸੇਵਾ ਕਰਦਾ ਸੀ? ਆਪਣੇ ਮਾਪਿਆਂ ਦੀ ਸੇਵਾ ਕਰਦਾ ਸੀ।